हाँ जी, थड़ा सियासत के नाल मैं तुहाडा यार अहमद लतीफ़ ते अज साडे नाल मौजूद ने अदीब शायर दर्दमंद पाकिस्तानी ते फेसबुक ते सोशल मीडिया ते बहुत एक्टिव ते खुल के गल करने वाले अरशद मुर्शद। अस्सलाम वालेकुम जी। हाँ जी, वालेकुम अस्सलाम। थैंक यू वेरी मच जी। अल्लाह का शुक्र है, खैरियत सब ठीक अज ठाक। असें गल्लां करनियां ने कि सब कुछ लगदा इंज होए है, ਇਹ ਵੀ ਹੋ ਗਿਆ, ਇਹ ਵੀ ਹੋ ਗਿਆ, ਇਲੈਕਸ਼ਨ ਵੀ ਹੋ ਗਏ, ਬਜਟ ਵੀ ਆਉਣ ਲੱਗੇ ਆ, ਸਭ ਕੁਝ ਹੈ। ਤਾਂ ਇੱਕ ਖੁਦਕੁਦੀ ਜਿਹਨੂੰ ਕਹਿੰਦੇ ਨੇ, ਹਾਏ ਕੀ ਹੋਇਆ, ਇਹ ਕੀ ਹੈ, ਇਹ ਕਿਉਂ ਖੁਦਕੁਦੀ ਕਿਉਂ ਹੈ? ਪਹਿਲੇ ਤੇ ਸ਼ੁਕਰੀਆ ਬਹੁਤ ਬਹੁਤ ਤੁਹਾਡਾ, ਤੁਸੀਂ ਮੈਨੂੰ ਮੌਕਾ ਦਿੱਤਾ ਗੱਲ ਕਰਨ ਦਾ ਆਪਣੇ ਪ੍ਰੋਗਰਾਮ ਦੇ ਵਿੱਚ। ਤੇ ਤੁਸੀਂ ਬਜਾ ਫਰਮਾ ਰਹੇ ਹੋ ਕਿ ਬਜ਼ਾਹਿਰ ਤੇ ਸਾਰਾ ਕੁਝ ਠੀਕ ਹੈ ਜੀ, ਸਿਸਟਮ ਵੀ ਚੱਲ ਰਿਹਾ ਤੇ ਇਲੈਕਸ਼ਨ ਵੀ ਹੋ ਗਏ ਤੇ ਅਦਾਲਤਾਂ ਵੀ ਕੰਮ ਕਰ ਰਹੀਆਂ ਤੇ ਬਤਾ ਰਹੇ ਆਪਣਾ ਆਪਣਾ ਕੰਮ ਕਰ ਰਹੇ, ਸਾਰਾ ਕੁਝ ਹੋ ਰਿਹਾ। ਲੇਕਿਨ ਇੱਕ ਚੀਜ਼ ਹੁੰਦੀ ਹੈ ਕਿ ਚੀਜ਼ਾਂ ਨੂੰ ਉਹਨਾਂ ਦਾ ਜਿਹੜਾ ਇੱਕ ਕੁਦਰਤੀ ਫਲੋ, ਇੱਕ ਜਿਹੜਾ ਉਹਦੇ ਵਿੱਚ ਹੀ ਠੀਕ ਲੱਗਦੀਆਂ ਚੀਜ਼ਾਂ। ਜਿਸਲੇ ਤੁਸੀਂ ਪਾਣੀ ਤੇ ਰਾਹ 'ਚ ਡੱਕੇ ਲਾ ਦਿਓਗੇ, ਕੋਈ ਝੀਲ ਹੈ, ਕੋਈ ਨਾਲਾ ਬਰਸਾਤੀ ਨਾਲਾ ਹੈ ਜੀ, ਆ ਬਰਸਾਤੀ ਨਦੀ ਨਾਲਾ ਹੈ, ਤੇ ਉਹ ਕੀ ਹੋਏਗਾ ਉਹਦਾ ਨਤੀਜਾ? ਉਹ ਨਤੀਜਾ ਇਹੀ ਹੋਏਗਾ ਕਿ ਉਹ ਪਾਣੀ ਜਿਹੜਾ ਹੈ ਉਹ ਫਿਰ ਉਹ ਘਰਾਂ 'ਚ ਵੜੇਗਾ, ਗੋਠਾਂ 'ਚ ਵੜੇਗਾ, ਸੜਕਾਂ ਤੇ ਇਕੱਠਾ ਹੋਏਗਾ। ਤੇ ਮੇਰੇ ਖਿਆਲ ਵਿੱਚ ਜਿਹੜਾ ਮੁਖਤਸਰ ਜਵਾਬ ਤੁਹਾਡੇ ਸਵਾਲ ਦਾ ਬਣਦਾ ਹੈ ਉਹ ਇਹ ਬਣਦਾ ਹੈ ਕਿ ਬਜ਼ਾਹਿਰ ਚੀਜ਼ਾਂ ਤੇ ਹੋ ਗਈਆਂ ਜਾਂ ਹੋ ਰਹੀਆਂ, ਲੇਕਿਨ ਮੇਰਾ ਖਿਆਲ ਹੈ ਉਹਨਾਂ ਨੂੰ ਮਸਨੂਈ ਤਰੀਕੇ ਨਾਲ ਹੋ ਰਹੀਆਂ, ਆਪਣੇ ਕੁਦਰਤੀ ਅੰਦਾਜ਼ ਦੇ ਨਾਲ, ਕੁਦਰਤੀ ਤਰੀਕੇ ਨਾਲ, ਕੁਦਰਤੀ ਭਾਵ ਦੇ ਨਾਲ ਉਹਨਾਂ ਨੂੰ ਨਹੀਂ ਕੀਤਾ ਜਾ ਰਿਹਾ, ਜਿਹਦੀ ਵਜ੍ਹਾ ਤੋਂ ਫਿਰ ਫਰਸਟ੍ਰੇਸ਼ਨ ਬਣਦੀ ਜਾਂਦੀ ਹੈ। ਤੇ ਉਹ ਜਿਹੜੀ ਮੈਂ ਮਿਸਾਲ ਪਾਣੀ ਵਾਲੀ ਦਿੱਤੀ, ਤੇ ਉਹ ਫਿਰ ਉਹ ਜਿਸਲੇ ਅਗਰ ਕੋਈ ਉਹਦੇ ਤੋਂ ਤੁਸੀਂ ਨੈਚੁਰਲ ਫਲੋ ਦੇ ਡੱਕਾ ਲਾਓਗੇ ਤੇ ਉਹ ਫਿਰ ਇੱਕ ਵੇਲਾ ਆਏਗਾ ਕਿ ਪਾਣੀ ਦਾ ਜ਼ੋਰ ਤੇ ਫਿਰ ਤੁਹਾਨੂੰ ਪਤਾ ਕਿੰਨਾ ਹੁੰਦਾ ਹੈ, ਉਹ ਅਰਸ਼ਾ ਤਰੋੜ ਦੇਗਾ, ਉਹ ਅਰਸ਼ਾ ਤਰੋੜ ਕੇ ਤੇ ਫਿਰ ਅੱਗੇ ਨਿਕਲ ਜਾਏਗਾ। ਤੇ ਦੁਆ ਇਹ ਕਰਨੀ ਚਾਹੀਦੀ ਹੈ ਕਿ ਉਹ ਮਰਲਾ ਜਾਂ ਉਹ ਸਟੇਜ ਨਾ ਆਵੇ। ਅੱਲਾਹ ਤਾਲਾ ਇਸ ਮੁਲਕ ਦੀ ਹਿਫਾਜ਼ਤ ਕਰੇ, ਖੈਰ ਰੱਖੇ ਤੇ ਚੀਜ਼ਾਂ ਆਪਣੇ ਨੈਚੁਰਲ ਭਾव ਤੇ ਚੱਲੇ, ਨੈਚੁਰਲ ਭਾव ਤੇ ਚਲਦੀਆਂ ਰਹਿਣ ਤੇ ਠੀਕ ਹੋ ਜਾਣ। ਅੱਲਾਹ ਖੈਰ। ਅੱਛਾ ਚਲੋ, ਇਹ ਤੇ ਚੰਗੀ ਗੱਲ ਹੈ, ਦੁਆ ਅਸੀਂ ਵੀ ਕਰਨੇ ਆ। ਸਾਰੇ ਲੋਕ ਆਖਦੇ ਨੇ ਕਿ ਇਹ ਸਾਡੀ ਮਾਂ ਧਰਤੀ ਹੈ, ਇਹ ਬੜੀ ਸੈੱਟ ਹੋਵੇ, ਇਹਦੇ ਮਾਮਲਾਤ ਦੁਰਸਤ ਹੋਣ, ਕਿਸੇ ਪਾਸੇ ਲੱਗਣ, ਇਹ ਸਾਰਾ ਸਿਲਸਿਲਾ ਚੱਲਦਾ ਹੈ। ਤੇ ਇੱਕ ਹੋਰ ਗੱਲ ਆਉਂਦੀ ਹੈ ਪਈ, ਇਹ ਨਹੀਂ ਹੋਣ ਲੱਗਾ, ਉਹ ਨਹੀਂ ਹੋਣ ਲੱਗਾ, ਉਹ ਜਿਹੜਾ ਉਹਨੂੰ ਆਖਿਆ ਆਹੋ ਜੀ ਆ ਜਾਓ, ਤੇ ਦੂਜੇ ਜਿਹੜੇ ਬੈਠੇ ਨੇ ਉਹ ਆਖਦੇ ਜੀ ਨਹੀਂ ਉਹ ਆਏਗਾ ਤੇ ਅਸੀਂ ਟੁੱਟ ਜਾਵਾਂਗੇ। ਇਹ ਜਿਹੜੀ ਅੱਡ ਧਰਮੀ ਜਿਹਨੂੰ ਕਹਿੰਦੇ ਨੇ ਕਿ ਉਹ ਆਏਗਾ ਤੇ ਅਸੀਂ ਨਹੀਂ ਆ, ਉਹ ਆਦੇ ਇਹ ਨਹੀਂ ਤੇ ਮੈਂ ਨਹੀਂ ਆ, ਇਹ ਜਿਹੜੀ ਮੈਂ ਨਾ ਮਾਨੂੰ ਵਾਲੀ ਗੱਲ ਹੈਗੀ ਹੈ। ਇਹ ਕਿਆ ਵਤਨ ਅਜ਼ੀਜ਼ ਵਾਸਤੇ ਦਰੁਸਤ ਹੈ? ਹੁਣ ਇਹ ਜਿਹੜੀਆਂ ਅਨਾਵਾਂ ਜਿਹਨੂੰ ਅਸੀਂ ਮਨਫੀ ਅਨਾਵਾਂ ਕਹਿੰਦੇ ਆ, ਇਹਨਾਂ ਨੂੰ ਇੱਕ ਪਾਸੇ ਰੱਖ ਕੇ ਸਾਨੂੰ ਸਿਰਫ ਪਾਕਿਸਤਾਨ ਦੇ ਬਾਰੇ 'ਚ ਨਹੀਂ ਸੋਚਣਾ ਚਾਹੀਦਾ ਜੀ? ਇੱਥੇ ਦੂਸਰੀ ਰਾਏ ਕੋਈ ਨਹੀਂ ਹੈ ਜੀ, ਲੇਕਿਨ ਸਾਡਾ ਤੇ ਅਲਮੀਆ ਹੀ ਹੈ, ਸਾਡਾ ਮਸਲਾ ਹੀ ਇਹ ਹੈ ਕਿ ਸਾਡੀ ਕੋਈ ਜਿਹੜੀ ਇੱਕ ਕੌਮੀ ਸੋਚ ਹੁੰਦੀ ਹੈ, ਜਿਹੜੀ ਤਰਜੀਹ ਹੁੰਦੀ ਹੈ, ਉਹ ਨਹੀਂ ਅਸੀਂ ਆਪਣੇ ਜ਼ਾਤੀ ਮਫਾਦਾਤ ਦੇਖਦੇ ਹਾਂ। ਗੱਲ ਫਿਰ ਉਹ ਥੋੜੀ ਜੀ ਫਿਰ ਸਿਆਸਤ ਵਾਲੇ ਪਾਸੇ ਨਹੀਂ, ਸਿਆਸਤ ਨਾ ਥੋੜਾ ਸਿਆਸਤ ਹੈ ਨਾ ਜੀ, ਜਾਏਗੀ ਜੀ। ਉਹ ਤੁਸੀਂ ਅਗਰ ਦੇਖੋ ਤੇ ਇਹ ਜੋ ਵੀ ਹੁਣ ਮੌਜੂਦਾ ਹੁਕਮਰਾਨ ਜਾਂ ਜੋ ਸੈਟਅਪ ਹੈ ਤੁਹਾਡਾ ਸਾਰਾ, ਇਹਨਾਂ ਦਾ ਕੋਈ ਇਖਲਾਕੀ, ਕੋਈ ਕਾਨੂੰਨੀ, ਕੋਈ ਜਵਾਜ਼ ਤੇ ਕੋਈ ਨਹੀਂ ਸੀ ਬਣਦਾ। ਠੀਕ ਹੈ, ਉਹਨਾਂ ਨੇ ਵਕਤੀ ਮਫਾਦਾਤ ਦੀ ਖਾਤਰ, ਆਪਣੇ ਮਸਲਤਿਆਂ ਦੀ ਖਾਤਰ, ਚੰਦ ਦਿਹਾੜੇ ਇਕਤਦਾਰ ਦੇ ਬੁੱਲੇ ਲੁੱਟਣ ਦੀ ਖਾਤਰ ਉਹਨਾਂ ਨੇ ਪਰਵਾਹ ਨਹੀਂ ਕੀਤੀ। ਉਹਨਾਂ ਨੇ ਆਪਣਾ ਸਿਆਸੀ ਅਸਾਸਾ ਬਰਬਾਦ ਕਰ ਦਿੱਤਾ, ਆਪਣੀ ਪਾਰਟੀਆਂ ਤਬਾਹ ਕਰ ਰਹੀਆਂ। ਤੇ ਇਹ ਜਿਹੜੀ ਸੋਚ ਮੁਲਕੀ ਤੇ ਹੋਣੀ ਚਾਹੀਦੀ ਹੈ, ਲੇਕਿਨ ਉਹ ਅਸੀਂ ਕੀ ਕਹਿ ਸਕਦੇ ਹਾਂ? ਇੱਕ ਤੇ ਗੱਲ ਇਹ ਹੈ ਕਿ ਹੋ ਕੀ ਰਿਹਾ ਤੇ ਹੋਣਾ ਕੀ ਚਾਹੀਦਾ ਹੈ। ਇਹਦਾ ਇੱਕ ਦੂਸਰਾ ਪਹਿਲੂ ਹੈ ਕਿ ਅਗਰ ਉਹ ਥੋੜਾ ਜਿਹਾ ਮਸਬਤ ਪਹਿਲੂ ਹੈ, ਉਹਦੇ 'ਚ ਰਜਾਈਅਤ ਹੈ, ਥੋੜੀ ਜਿਹੀ ਖੁਸ਼ਫਹਿਮੀ ਕਹਿ ਸਕਦੇ ਹੋ। ਕਿ ਮੈਂ ਸਮਝਦਾ ਕਿ ਅਗਰ ਤੁਸੀਂ ਪਿਛਲੇ ਚੰਦ ਸਾਲਾਂ 'ਚ ਜੋ ਕੁਝ ਵੀ ਸਾਡੇ ਸਿਆਸੀ ਮੰਜ਼ਰਨਾਮੇ ਤੇ ਹੋਇਆ ਹੈ, ਤੁਸੀਂ ਅਗਰ ਉਸ ਨੂੰ ਬਾਰੀਕੀ ਦੇ ਨਾਲ ਦੇਖੋ ਤੇ ਚੀਜ਼ਾਂ ਦੇ ਵਿੱਚ ਕੋਈ ਇੱਕ ਮਸਬਤ ਤੁਹਾਨੂੰ ਪੇਸ਼ਰਫਤ ਵੀ ਨਜ਼ਰ ਆਉਂਦੀ ਹੈ, ਇੱਕ ਰੋਸ਼ਨੀ ਦੀ ਉਮੀਦ ਤੇ ਇੱਕ ਕਿਰਨ ਵੀ ਨਜ਼ਰ ਆਉਂਦੀ ਹੈ। ਉਹ ਕਿਰਨ ਕੀ ਹੈ ਕਿ ਚੀਜ਼ਾਂ ਖੁੱਲ ਕੇ ਲੋਕਾਂ ਦੇ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ। चीज़ा खुल के लोगों के सामने आ गई हैं। लोगों का सियासी शऊर खा
ਕਿਸੇ ਵੀ ਦੂਰ ਦਰਾਜ਼ ਪਾਕਿਸਤਾਨ ਦੇ ਕੋਨੇ 'ਚ ਰਹਿ ਰਿਹਾ ਹੈ, ਉਹ ਵੀ ਅਹਿਮਦ ਲਤੀਫ ਸਾਹਿਬ ਉਹ ਵੀ ਇਤਨਾ ਹੀ ਅਵੇਅਰ ਹੈ ਚੀਜ਼ਾਂ ਦੇ ਮਤਲਬ ਜਿਤਨੇ ਇਸਲਾਮਾਬਾਦ ਵਾਲੇ ਜਿਤਨੇ ਮੈਂ ਤੇ ਤੁਸੀਂ ਹਾਂ। ਠੀਕ। ਔਰ ਹੋ ਸਕਦਾ ਹੈ ਉਹਦਾ ਦਾ ਤਜਜ਼ੀਆ ਸਾਡਾ ਨੂੰ ਵੀ ਜ਼ਿਆਦਾ ਬਿਹਤਰ ਹੋਵੇ। ਤੇ ਇਹ ਇੱਕ ਪੋਜ਼ਿਟਿਵ ਚੀਜ਼ ਹੈ, ਬਸਬਤ ਚੀਜ਼ ਹੈ। ਤੇ ਇਹ ਚੀਜ਼ਾਂ ਜਿਸਲੇ ਉਹ ਮੁਕੱਦਸ ਗਾਵਾਂ ਵਾਲਾ ਤਸੱਵਰ ਤੇ ਉਹ ਜਿਹੜਾ ਇੱਕ ਯਕ ਤਰਫਾ ਚੀਜ਼ਾਂ ਲੋਕਾਂ ਨੂੰ ਦੱਸੀਆਂ ਜਾਂਦੀਆਂ ਸਨ, ਅੱਜ ਕੱਲ੍ਹ ਲੋਕ ਸਵਾਲ ਕਰ ਰਹੇ ਨੇ। ਅੱਜ ਕੱਲ੍ਹ ਲੋਕ ਮੰਨਣੇ ਵਾਸਤੇ ਤਿਆਰ ਨਹੀਂ। ਅੱਜ ਕੱਲ ਅੱਛਾ, ਬਣਿਆ ਬਣਾਇਆ ਬਿਆਨੀਆਂ ਨਹੀਂ ਸੁਣਦੇ। ਨਹੀਂ ਆਪਣੀ ਗੱਲ ਕਰਦੇ ਨੇ। ਇਨਫੋਰਮੇਸ਼ਨ ਦਾ ਫਲੱਡ ਇਤਨਾ ਆ ਗਿਆ ਹੈ, ਲੋਕਾਂ ਦੀ ਪਹੁੰਚ ਇਤਨੀ ਆ ਗਈ ਹੈ। ਹੁਣ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਗਈ ਹੈ। ਤੁਸੀਂ ਬਟਨ ਇੱਕ ਚੀਜ਼ ਲਿਖੋ, ਕੋਈ ਵੀ ਚੀਜ਼ ਨਵੀਂ ਸ਼ੈ ਆ ਜਾਂਦੀ ਹੈ, ਹਰ ਸ਼ੈ ਤੁਹਾਡੇ ਅੱਗੇ ਖੁੱਲ ਕੇ ਆ ਜਾਂਦੀ ਹੈ। ਉਹ ਕਾਪੀ ਨਹੀਂ ਜੇ ਹੁੰਦੀ, ਨਵੀਂ ਮਣਮੁੰਡੂ ਬਣਦੀ ਜੇ, ਨਵੀਂ ਬਣਦੀ ਹੈ ਬਿਲਕੁਲ। ਅੱਛਾ, ਇਹ ਜਿਹੜਾ ਸਾਨੂੰ ਵਹਿਮ ਪਿਆ, ਲੋਕ ਕਈ ਆਦੇ ਨੇ ਤੱਕੋ ਯਾਰ ਹਰ ਬੰਦਾ ਮੂੰਹ ਫਾੜ ਕੇ ਬੱਗ ਆੜ ਕੇ ਆਦਾ ਇਹ ਕੀ ਹੈ ਉਹ ਕੀ ਹੈ। ਹਾਲਾਂਕਿ ਇਹ ਪਹਿਲਾਂ ਇੰਜ ਨਹੀਂ ਸੀ ਹੁੰਦਾ। ਕਦੇ ਹੋਇਆ ਸੀ ਕਿ ਜਿਹੜੇ ਵੱਡੇ ਵੱਡੇ ਸਾਡੇ ਜ਼ਾਹਿਰ ਹੈ ਅਦਾਰਿਆਂ ਦੇ ਸਰਬਰਾਹ, ਉਹਨਾਂ ਨੂੰ ਤੁਸੀਂ ਹਲਾ ਲਲਾ ਕਰਕੇ ਪੈ ਜਾਵੋ। ਇਹ ਹਲਾ ਲਲਾ ਕਰਕੇ ਪੈ ਜਾਓ ਜਿਹੜਾ ਕੰਮ ਹੈ, ਇਹ ਪੋਜ਼ਿਟਿਵ ਹੈ, ਨੈਗੇਟਿਵ ਹੈ ਜਾਂ ਕੀ ਹੈ? ਮੇਰਾ ਖਿਆਲ ਹੈ ਪੋਜ਼ਿਟਿਵ ਹੈ। ਅੱਛਾ। ਉਹ ਲੇਕਿਨ ਜਿਹੜੇ ਕੌਮੀ ਸਲਾਮਤੀ ਦੇ ਅਦਾਰੇ ਹੁੰਦੇ ਨੇ ਨਾ, ਲਾਈਕ ਸਾਡੀ ਫੌਜ ਹੈ ਤੇ ਫੌਜ ਜਾਂ ਅਦਲੀਆ ਹੈ ਜਾਂ ਫੌਜ ਹੈ, ਤੇ ਉਹਨਾਂ ਦੇ ਉੱਤੇ ਕੋਈ ਨਾ ਕੋਈ ਹਦੂਦੋ ਕਯੂਦ ਹੁੰਦੀਆਂ ਨੇ। ਆਵਾਮ ਨੂੰ ਉਹਨਾਂ ਦਾ ਇੱਕ ਪਰਦਾ, ਇੱਕ ਰੱਖ ਰਖਾਓ, ਇੱਕ ਇੱਜ਼ਤ ਹੁੰਦੀ ਹੈ। ਭਰਮ ਜਿਹਨੂੰ ਕਹਿੰਦੇ ਉਹਨਾਂ ਦਾ ਭਰਮ ਨਹੀਂ ਟੁੱਟਣਾ ਚਾਹੀਦਾ, ਉਹ ਭਰਮ ਰਹਿਣਾ ਚਾਹੀਦਾ। ਲੇਕਿਨ ਇਹ ਫਿਰ ਇਹ ਟ੍ਰੈਫਿਕ ਤੇ ਦੋ ਤਰਫਾ ਹੀ ਹੈ ਨਾ। ਫਿਰ ਹੁਣ ਉਹ ਕੀ ਪਤਾ ਕਵੇ ਕਿ ਮਸਲਨ ਅਗਰ ਕੋਈ ਕਵੇ ਜੀ ਕਿ ਸਾਡਾ ਤੇ ਕੋਈ ਸਿਆਸੀ ਕਿਰਦਾਰ ਹੀ ਕੋਈ ਨਹੀਂ, ਤੇ ਹੁਣ ਆਵਾਮ ਵੀ ਹੁਣ ਐਡੇ ਕੀ ਅੰਨੇ ਐਡੇ ਵੀ ਲੋਲੇ ਕੋਈ ਨਹੀਂ, ਉਹਨਾਂ ਨੂੰ ਨਜ਼ਰ ਤੇ ਆ ਰਿਹਾ ਸਾਰਾ ਸਭ ਦਿਸਦਾ ਉਹਨਾਂ ਤੇ ਉਹ ਮੰਨਣੇ ਵਾਸਤੇ ਤਿਆਰ ਨਹੀਂ ਹੈ। ਤੇ ਉਹ ਫਿਰ ਸਵਾਲੀਆ ਨਿਸ਼ਾਨ ਤੇ ਪੈਦਾ ਹੋਣਗੇ, ਖੜੇ ਹੋਣਗੇ। ਤੇ ਇਹ ਜਿਹੜਾ ਮੂੰਹ ਅੱਡਣ ਵਾਲੀ ਤੁਸੀਂ ਗੱਲ ਕੀਤੀ ਹੈ, ਮੈਂ ਇਹਨੂੰ ਸਮਝਦਾ ਇਹ ਆਵਾਜ਼ਾਂ ਜਿਹੜੀਆਂ ਨਾ ਸਾਡੀਆਂ ਪੋਲੀਆਂ ਆਵਾਜ਼ਾਂ ਹੁਣ ਚੀਕਾਂ 'ਚ ਬਦਲੀ ਹੋ ਰਹੀਆਂ। ਤੇ ਇਹ ਚੀਕਾਂ ਮਾਰਨੀਆਂ ਪੈਣਗੀਆਂ ਤੇ ਤਾਂ ਹੀ ਕੋਈ ਸੁਣੇਗਾ। ਉਹ ਕਿ ਆਦੇ ਨੂੰ ਪੰਜਾਬੀ 'ਚ ਕਹਿੰਦੇ ਨਾ ਜੀ ਕਿ ਬੱਚਾ ਰੋਵੇ ਨਾ ਤੇ ਮਾਂ ਵੀ ਦੁੱਧ ਨਹੀਂ ਦਿੰਦੀ। ਅੱਛਾ, ਇਹ ਰੋਣਾ ਛੋਣਾ ਪੋਜ਼ਿਟਿਵ ਹੈ ਤੁਹਾਡੇ ਨਜ਼ਦੀਕ? ਮੇਰਾ ਖਿਆਲ ਹੈ ਇਹਦੇ ਵਿੱਚੋਂ ਕੋਈ ਅੱਛੀ ਚੀਜ਼ ਨਿਕਲੇਗੀ। ਮਾਂ ਦੁੱਧ ਦੇ ਦੇਗੀ। ਮੇਰਾ ਖਿਆਲ ਹੈ ਅੱਛੀ ਚੀਜ਼ ਕੋਈ ਦੇ ਚੋਂ ਨਿਕਲੇਗੀ, ਲੇਕਿਨ ਉਹਦੇ ਵਾਸਤੇ ਸਫ਼ਰ ਬੜਾ ਲੰਬਾ ਹੈ, ਫੌਰੀ ਤੌਰ ਤੇ ਨਹੀਂ ਹੈ। ਮੇਰਾ ਨਹੀਂ ਖਿਆਲ ਕਿ ਜਿਹੜੀ ਤੁਹਾਡੀਆਂ ਮੌਜੂਦਾ ਕਿਆਦਤ ਹੈ ਜਾਂ ਹੁਕਮਰਾਨ ਹਨ ਜਾਂ ਸਾਰੀਆਂ ਪਾਰਟੀਆਂ ਲੈ ਲਓ, ਤਾਂ ਕਿਸੇ ਵਿੱਚ ਵੀ ਇਤਨੀ ਸਲਾਹੀਅਤ ਕਹਿ ਲਓ ਜਾਂ ਇਤਨੀ ਸੋਚ ਦੀ ਗਹਿਰਾਈ ਹੈ। ਕਿਉਂਕਿ ਆਵਾਮ ਅੱਗੇ ਉਹਨਾਂ ਨੇ ਲੈਣੇ ਹੁੰਦੇ ਨੇ ਵੋਟ, ਤੇ ਵੋਟ ਲੈਣ ਵਾਸਤੇ ਉਹਨਾਂ ਨੇ ਸੌਦਾ ਉਹੀ ਵੇਚਣਾ ਹੁੰਦਾ ਹੈ ਜਿਹੜਾ ਅੱਗੇ ਮਾਰਕੀਟ 'ਚ ਦੀ ਉਮੀਦ। ਤੇ ਅਗਰ ਤੁਸੀਂ ਇਹ ਮੇਰੇ ਕੋਲੋਂ ਪੁੱਛੋ ਆਪਣਾ ਅਹਿਮਦ ਲਤੀਫ ਭਾਈ ਕਿ ਕੀ ਮਸਲੇ ਹੈ, ਇਹ ਸਾਰੇ ਮਸਲੇ ਜੋ ਕੁਝ ਵੀ ਹੋ ਰਹੇ, ਇਹਦਾ ਸੋਲੂਸ਼ਨ ਅੱਗੇ ਕਿਸ ਤਰ੍ਹਾਂ ਕੋਈ ਅਸੀਂ ਰਾਹ ਕਿਸ ਤਰ੍ਹਾਂ ਨਿਕਲ ਸਕਦਾ, ਕਿਹੜੇ ਰਾਹ ਤੇ ਪਵਾਂਗੇ, ਸਹੀ ਪਹੁੰਚਾਂਗੇ, ਅਸਲੀ ਪੈੜੇ ਤੇ ਕਿਸ ਤਰ੍ਹਾਂ ਚੜਾਂਗੇ ਅਸੀਂ। ਤੋ ਉਹਦੇ ਵਾਸਤੇ ਥੋੜੀ ਜਿਹੀ ਮੇਰਾ ਖਿਆਲ ਹੈ ਉਹਦੇ ਵਾਸਤੇ ਨਾ, ਜਿਸਲੇ ਤੁਸੀਂ ਦੂਸਰੀਆਂ ਕੌਮਾਂ ਦੀ ਤਾਰੀਖ ਪੜ੍ਹਦੇ ਹੋ, ਪਹਿਲੇ ਜਿਹੜੇ ਕਲਮਕਾਰ ਲਿਖਾਰੀ ਉਹ ਜ਼ੇਨ ਸਾਜ਼ੀ ਕਰਦੇ ਨੇ ਲੋਕਾਂ ਦੀ। ਯੂਰਪ ਦੇ ਵਿੱਚ ਤੁਸੀਂ ਦੇਖੋ ਉਹਨਾਂ ਨੂੰ ਵੱਢਿਆ ਗਿਆ, ਕੱਟਿਆ ਗਿਆ, ਸਾੜਿਆ ਗਿਆ, ਮਾਰਿਆ ਗਿਆ। ਫਿਰ ਇੱਕ ਵਕਤ ਆਇਆ ਕਿ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਬੁਨਿਆਦ ਬਣਾ ਕੇ ਤੇ ਨਿਸ਼ਾਤੇ ਸਾਨੀਆ ਦਾ ਇਨਕਲਾਬ ਬਰਪਾ ਹੋਇਆ। ਤੇ ਇਹ ਜਿਹੜੀ ਤਬਦੀਲੀ ਹੈ, ਇਹ ਜਿਹੜੀ ਤੁਹਾਡੀ ਇੱਕ ਦਕੀਆਨੂਸੀ ਸਾਡੀਆਂ ਸੋਚਾਂ, ਸਾਡੇ ਖਿਆਲਾਤ ਹਨ, ਇਸ ਤੋਂ ਥੋੜਾ ਹਟਣਾ ਪਵੇਗਾ। ਕੁਝ ਲੋਕਾਂ ਨੂੰ ਖੁੱਲ ਕੇ ਗੱਲ ਕਰਨੀ ਪਵੇਗੀ। ਹਾਂਜੀ, ਇਹ ਜਿਹੜਾ ਚੂਰਨ ਅਸੀਂ ਵੇਚਦੇ ਸਾਂ ਪਏ, ਤੁਸੀਂ ਵੀ ਅਸੀਂ ਵੀ, ਵੈਸੇ ਸਾਰੇ ਚੂਰਨ ਵੇਚੀ ਜਾ ਰਹੇ ਨੇ, ਅਸਾਂ ਵੀ ਚੂਰਨ ਲਾ ਲਿਆ। ਤੁਹਾਨੂੰ ਪਤਾ ਨਿੱਕੇ ਹੁੰਦੇ ਇੱਕ ਸਾਹਿਬ ਹੁੰਦਾ ਸੀ ਸਾਡੇ, ਉਹ ਚੂਰਨ ਵੇਚਦਾ ਸੀ ਨਾ, ਤੇ ਉਹ ਇੰਜ ਕਰਕੇ ਛੁੱਸ ਕਰਕੇ ਅੱਗ ਲਾਉਂਦਾ ਹੁੰਦਾ ਸੀ। ਉਹ ਬੜਾ ਚੂਰਨ ਵਿਕਦਾ ਸੀ। ਇਹ ਚੂਰਨ ਉੱਥੋਂ ਵੀ ਤਾਂ ਨਿਕਲਿਆ, ਬਈ ਸਾਰੇ ਬੱਚੇ ਇਕੱਠੇ ਹੋ ਜਾਂਦੇ ਨੇ ਤੇ ਛੁੱਸ ਕਰਕੇ ਅੱਗ ਲਾਣੀ ਤੇ ਉਹ ਚੂਰਨ ਵਿਕਦਿਆ ਰਹਿਣਾ। ਤੇ ਉਹ ਰੌਲਾ ਤੁਹਾਨੂੰ ਵੀ ਯਾਦ ਆ ਗਿਆ ਹੋਣਾ ਆਪਣਾ ਬਚਪਨ। ਸਾਡਾ ਵੀ ਸਾਹਿਬ ਹੁੰਦਾ ਸੀ, ਚੂਰਨ ਵੇਚਦਾ ਹੁੰਦਾ ਸੀ। ਤੇ ਇਹ ਚੂਰਨ ਜਿਹੜਾ ਉਹ ਕੈਨਵਸ ਨੂੰ ਵੱਡਾ ਕਰਨੇ ਆ, ਤੇ ਉਹ ਮੁਲਕੀ ਲੈਵਲ ਤੇ, ਬਰੇ ਆਜ਼ਮ ਦੀ ਲੈਵਲ ਤੇ ਵਰਲਡ ਲੈਵਲ ਤੇ ਉਹ ਚੂਰਨ ਵਿਕਦਾ ਪਿਆ। ਹੁਣ ਵੀ ਉਹ ਛੁੱਸੀ ਹੋਣ ਲੱਗੀ ਹੈ। ਹਾਂ ਜੀ, ਬੜੀ ਅੱਛੀ ਤੁਸੀਂ ਮਿਸਾਲ ਦਿੱਤੀ। ਉਹ ਸਾਡੀਆਂ ਬਚਪਨ ਦੀਆਂ ਸਾਰਿਆਂ ਦੇ ਕੋਈ ਨਾ ਕੋਈ ਯਾਦਾਂ ਹੋਣਗੀਆਂ। ਤੁਹਾਨੂੰ ਪਤਾ ਹੋਏਗਾ ਕਿ ਸਾਡੇ ਸ਼ਹਿਰ ਵਿੱਚ ਇੱਕ
ਬੰਦਾ ਹੁੰਦਾ ਸੀ ਉਹ ਸੱਪਾਂ ਦਾ ਆਹਾ ਵਾਹ ਜੀ ਵਾਹ, ਤੇ ਉਹ ਵੀ ਮਦਾਰੀ ਸੱਪਾਂ ਦਾ ਬਾਬਾ ਤੁਸੀਂ ਸੁਣਿਆ ਤੇ ਹੋਵੇਗਾ ਜੀ ਹਾਂ। ਹਾਏ। ਤੇ ਉਹ ਲੋਕ ਇਕੱਠੇ ਹੋ ਜਾਂਦੇ ਸੀ ਤੇ ਉਹ ਕਹਿੰਦਾ ਸੀ ਜੀ ਕਿ ਮੈਂ ਇਸ ਪਟਾਰੀ ਦੇ ਵਿੱਚ ਇਸ ਤਰ੍ਹਾਂ ਦਾ ਸੱਪ ਹੈ, ਦੋ ਮੂੰਹਾਂ ਵਾਲਾ ਤੇ ਫਲਾਣਾ ਤੇ ਟਮਕਾਣਾ, ਤੇ ਉਹ ਸੌਦਾ ਵੇਚ ਕੇ ਚਲਾ ਜਾਂਦਾ ਸੀ ਤੇ ਸੱਪ ਸ਼ੁਪ ਕੋਈ ਨਹੀਂ ਸੀ ਨਿਕਲਦਾ, ਉਹ ਦੋ ਮੂੰਹਾਂ ਵਾਲਾ। ਤਾਂ ਇਹ ਹਿਸਾਬ ਕਿਤਾਬ ਹੈ। ਮੈਂ ਗੁਜ਼ਾਰਿਸ਼ ਇਹ ਕਰ ਰਿਹਾ ਸਾਂ ਕਿ ਜੋ ਕੁਝ ਵੀ ਪਾਰਟੀਆਂ ਦੀ ਗੱਲ ਹੋ ਰਹੀ ਸੀ, ਮੈਂ ਕਿਹਾ ਕਿ ਜਿਹੜੀਆਂ ਸਾਡੀਆਂ ਮੌਜੂਦਾ ਸਿਆਸੀ ਪਾਰਟੀਆਂ ਜਾਂ ਸਾਡੀ ਕਿਆਦਤ ਹੈ, ਉਹ ਇੱਕ ਰਵਾਇਤੀ ਸੋਚ ਲੈ ਕੇ ਅੱਗੇ ਚੱਲ ਰਹੀਆਂ। ਪਿਛਲੇ ਜਦੋਂ ਦਾ ਪਾਕਿਸਤਾਨ ਬਣਿਆ ਹੈ, ਬਲਕਿ ਉਸ ਤੋਂ ਪਹਿਲੇ ਤੋਂ ਇਹ ਸਿਲਸਿਲਾ ਚੱਲ ਰਿਹਾ ਹੈ। ਤੇ ਅਗਰ ਇਸ ਡੋਲਤੀ ਕਸ਼ਤੀ ਨੂੰ ਕਿਨਾਰੇ ਲੱਗਣਾ ਹੈ ਤੇ ਇਹਦੇ ਵਾਸਤੇ ਸਾਨੂੰ ਕੋਈ ਨਾ ਹਕੀਕਤ ਪਸੰਦਾਨਾ ਸੋਚਾਂ ਦੇ ਨਵੇਂ ਸਾਂਚੇ ਬਣਾਉਣੇ ਪੈਣਗੇ। ਤੁਸੀਂ ਉਹ ਕੀ ਕਹਿੰਦੇ ਨੇ, ਤੁਸੀਂ ਕੁਝ ਲੋਕਾਂ ਨੂੰ ਕੁਝ ਦੇਰ ਤੱਕ ਤੇ ਬੇਵਕੂਫ ਬਣਾ ਸਕਦੇ ਹੋ, ਲੇਕਿਨ ਤਮਾਮ ਲੋਕਾਂ ਨੂੰ ਤਮਾਮ ਵਕਤ ਜੀ ਤੁਸੀਂ ਬੇਵਕੂਫ ਬਣਾ ਸਕਦੇ। ਤੇ ਹਕੀਕਤ ਤੋਂ ਕੰਮ ਲੈਣਾ ਪਏਗਾ, ਵਕਤ ਦੇ ਚੈਲੰਜਸ ਨੂੰ ਦੇਖਣਾ ਪਏਗਾ, ਹਕੀਕਤ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖਣਾ ਪਵੇਗਾ। ਖਾਲੀ ਨਾਰਿਆਂ ਦੇ ਨਾਲ ਕੋਈ ਮੁਲਕ ਵੀ ਤਰੱਕੀ ਕੋਈ ਨਹੀਂ ਕਰਦਾ। ਅੱਛਾ, ਖਾਲੀ ਗੱਲਾਂ ਨਹੀਂ, ਗੱਲਾਂ ਸੁੱਕੀਆਂ ਗੱਲਾਂ ਨਹੀਂ। ਤੇ ਹੁਣ ਮੈਂ ਇੱਕ ਥੋੜਾ ਜਿਹਾ ਸਵਾਲ ਥੋੜਾ ਜਿਹਾ ਕਰਨਾ ਚਾਹੁੰਦਾ, ਕਿਉਂਕਿ ਅਸੀਂ ਆਈਸੋਲੇਸ਼ਨ 'ਚ ਨਹੀਂ ਰਹਿ ਸਕਦੇ, ਦੁਨੀਆ ਹੈ ਉਹਦੇ ਵਿੱਚ ਅਸੀਂ ਮੌਜੂਦ ਹਾਂ। ਅੱਛਾ ਸੌਰੀ, ਮੈਂ ਤੁਹਾਡੀ ਗੱਲ ਕੱਟ ਰਿਹਾ। ਸਾਰਿਆਂ ਨੂੰ ਹੈ ਕਿ ਕਰਨਾ ਕੀ ਚਾਹੀਦਾ ਤੇ ਕਰਨਾ ਕੀ ਨਹੀਂ ਚਾਹੀਦਾ ਤੇ ਹੋਣਾ ਕੀ ਚਾਹੀਦਾ। ਅੱਛਾ, ਸਭ ਪਤਾ ਨੇ, ਸਾਰਿਆਂ ਨੂੰ ਪਤਾ ਹੈ, ਲੇਕਿਨ ਮਸਲਾ ਇਹ ਹੈ ਕਿ ਤੁਹਾਨੂੰ ਯਾਦ ਹੋਏਗਾ ਕਿ ਉਹ ਕਸ਼ਮੀਰ ਦਾ ਚਿੰਡੀਆ ਨੇ ਜਿਹੜੀਆਂ ਕਰਾਰਦਾਦਾਂ ਸ਼ਾਇਦਾਂ ਪਾਸ ਕੀਤੀਆਂ ਕੋਈ 3 ਸਾਲ ਪਹਿਲੇ, ਤੇ ਉਸੇ ਅਸੀਂ ਸਾਰੀਆਂ ਪਾਰਟੀਆਂ ਨੇ ਕਿਹਾ ਜੀ ਕਿ ਉਹ ਇਮਰਾਨ ਖਾਨ ਨੇ ਕਸ਼ਮੀਰ ਵੇਚ ਦਿੱਤਾ ਹੈ। ਠੀਕ ਹੈ, ਉਹ ਜੋ ਕੁਝ ਉਹ ਆਪ ਕਰਨਾ ਚਾਹੁੰਦੇ ਨੇ, ਉਹ ਜਿਸਲੇ ਇਕਤਦਾਰ ਵਿੱਚ ਹੁੰਦੇ ਨੇ ਜੋ ਕਰਨਾ ਚਾਹੁੰਦੇ ਨੇ, ਉਹ ਜਿਸਲੇ ਹਸਬੇ ਇਖਤਲਾਫ ਵਿੱਚ ਹੁੰਦੇ ਨੇ ਤੇ ਉਹ ਬਿਲਕੁਲ ਉਹ ਟੋਟਲੀ ਉਹ 180 ਦਰਜੇ ਦਾ ਟਰਨ ਲੈ ਲੈਂਦੇ। ਤੇ ਇਹ ਨਹੀਂ ਹੋਣਾ ਚਾਹੀਦਾ। ਜਿਹੜੇ ਮੁਲਕ ਦੀ ਵਫਾਦਾਤ ਹਨ, ਜਿਹੜੇ ਮੁਲਕ ਦੇ ਵੱਡੇ ਮਸਾਇਲ ਹਨ, ਵੱਡੇ ਚੈਲੰਜਸ ਹਨ, ਉਹਨਾਂ ਦੇ ਉੱਤੇ ਸਿਆਸਤ ਨਹੀਂ ਕਰਨੀ ਚਾਹੀਦੀ। ਤੁਹਾਡੀ ਮਈਸ਼ਤ ਹੈ, ਫਰਜ਼ ਕਰੋ ਕਸ਼ਮੀਰ ਦਾ ਇਸ਼ੂ ਹੈ, ਬਾਕੀ ਤੁਹਾਡੇ ਬੈਨ ਅਲ-ਅਕਵਾਮੀ ਤਾਲੁਕਾਤ ਹਨ, ਉਹਨਾਂ ਦੇ ਉੱਪਰ ਸਿਆਸਤ ਨਹੀਂ ਕਰਨੀ ਚਾਹੀਦੀ। ਅੱਛਾ, ਬਾਰੂਦੀ ਸੁਰੰਗਾਂ ਨਹੀਂ ਵਿਛਾਣੀਆਂ ਚਾਹੀਦਾ, ਨਾ ਸਿਆਸੀ, ਨਾ ਮਾਸ਼ੀ, ਨਾ ਸੋਸ਼ਲ ਨਾਮ ਨੂੰ ਛੇੜਨਾ ਚਾਹੀਦਾ ਹੈ। ਤੇ ਦੁਨੀਆ ਜਿਸ ਤਰ੍ਹਾਂ ਚੱਲਦੀ ਹੈ ਉਸ ਤਰ੍ਹਾਂ ਚਲਾਉਣ ਦਿਓ, ਤੇ ਇਹ ਅਜੀਬੋ ਗਰੀਬ ਕੰਮ ਨਾ ਕਰੋ। ਲੇਕਿਨ ਮੈਂ ਇੱਕ ਹੋਰ ਨਿੱਕੇ ਨਿੱਕੇ ਦੋ ਸਵਾਲ ਮੇਰੇ ਜ਼ਿਹਨ 'ਚ ਆਉਂਦੇ ਪਏ ਕਿ ਅਸੀਂ ਵੱਖਰੇ ਵੱਖਰੇ ਨਹੀਂ ਰਹਿ ਸਕਦੇ। ਕੋਈ ਵੀ ਮੁਲਕ, ਭਾਵੇਂ ਉਹ ਵੱਡਾ ਹੋਵੇ ਭਾਵੇਂ ਉਹ ਨਿੱਕਾ ਹੋਵੇ, ਉਹ ਆਈਸੋਲੇਸ਼ਨ 'ਚ ਅਲੱਗ ਥਲੱਗ ਹੋ ਕੇ ਨਹੀਂ ਰਹਿ ਸਕਦਾ। ਉਹ ਤਨਹਾਈ ਦਾ ਸ਼ਿਕਾਰ ਹੋ ਜਾਏਗਾ ਤੇ ਮਾਰਿਆ ਜਾਏਗਾ। ਸਾਡੇ ਨਾਲ ਗਵਾਂਢ ਇੰਡੀਆ, ਹੁਣ ਇਲੈਕਸ਼ਨ ਵੀ ਹੋ ਗਏ ਤੇ ਉਹ ਸੂਰਤ ਹਾਲ ਵੀ ਬਣਦੀ ਹੈ ਪਈ। ਉਹ ਪਹਿਲਾਂ ਤਾਂ ਉਹਦੀ ਅਸੀਂ ਗੱਲ ਕਰਾਂਗੇ। ਫਿਰ ਇੱਕ ਨਿੱਕਾ ਜਿਹਾ ਸਵਾਲ ਹੋ ਰਿਹਾ ਹੈ ਕਿ ਦੁਨੀਆ ਵਿੱਚ ਅਗਰ ਜਨਾਬੇ ਟਰੰਪ ਆ ਜਾਣਗੇ ਤਾਂ ਉਹਨਾਂ ਦਾ ਕੀ ਅਸਰਾਤ ਮੁਰਤਬ ਹੋਣਗੇ। ਉਧਰੋਂ ਜਿਹੜਾ ਇਸਰਾਈਲ ਤੇ ਫਲਸਤੀਨ ਤੇ ਰੋਲਾ ਤੇ ਕਸ਼ਮੀਰ, ਇਹ ਸਾਰੇ ਜਿਹੜੇ ਲਾਯਨਹਲ ਮਸਾਇਲ ਹਨ ਜਾਂ ਲੋਕਾਂ ਨਾਲ ਜ਼ੁਲਮ ਹੁੰਦੇ ਪਏ, ਮਜ਼ਲੂਮਾਂ ਦੀਆਂ ਆਹਾਂ, ਉਹ ਜਿਹੜੀਆਂ ਨੇ ਉਹ ਵੀ ਮੈਟਰ ਕਰਨਗੀਆਂ। ਕਿਉਂਕਿ ਇਸ ਵੇਲੇ ਸੋਸ਼ਲ ਮੀਡੀਆ ਜਿਹੜਾ ਉਹ ਇੱਕ ਐਡੀ ਵੱਡੀ ਤਾਕਤ ਹੈ ਕਿ ਕੋਈ ਬੰਦਾ ਜੁਰਤ ਨਹੀਂ ਕਰ ਸਕਦਾ ਉਸ ਤੋਂ ਵੱਖਰਾ ਹੋ ਕੇ ਜਾਂ ਮੇਨ ਸਟ੍ਰੀਮ ਜਿਹੜਾ ਧਾਰਾ ਹੈ ਉਸ ਤੋਂ ਵੱਖਰੇ ਹੋ ਕੇ ਕੋਈ ਗੱਲ ਕਰਨ। ਤੇ ਇਹ ਜਿਹੜੀ ਨਵੀਂ ਪਾਵਰ ਹੈ ਇਹ ਕਿਤਨਾ ਕਿਰਦਾਰ ਅਦਾ ਕਰਦੀ ਹੈ ਪਈ, ਤੇ ਇੰਡੀਆ 'ਚ ਜੋ ਹੋ ਜਾਏਗਾ ਉਸ ਤੋਂ ਬਾਅਦ ਜਨੂਬੀ ਏਸ਼ੀਆ ਦਾ ਕੀ ਬਣੇਗਾ? ਚਲੇ, ਤੁਸੀਂ ਬਹੁਤ ਸਾਰੇ ਸਵਾਲ ਇੱਕ ਸਵਾਲ 'ਚ ਕਰ ਦਿੱਤੇ ਨੇ, ਵਾਰੀ ਸਾਰਿਆਂ ਨੇ ਜੀ ਬਿਸਮਿਲ੍ਲਾ। ਪਹਿਲੇ ਤੇ ਇੰਡੀਆ ਦੀ ਗੱਲ ਹੈ ਕਿ ਉਹ ਇੱਕ ਤੇ ਸਾਨੂੰ ਇਹ ਸਮਝਣਾ ਚਾਹੀਦਾ ਕਿ ਤੁਸੀਂ ਹਮਸਾਇਆਂ ਦੇ ਨਾਲ ਤਲਕਾਤ ਖਰਾਬ ਕਰਕੇ ਤੇ ਤਰੱਕੀ ਨਹੀਂ ਕਰ ਸਕਦੇ। ਤਜਾਰਤ ਹੈ, ਬਾਕੀ ਹੋਰ ਚੀਜ਼ਾਂ ਹੁੰਦੀਆਂ ਜਿਹੜੀਆਂ ਇੱਕ ਦੂਸਰੇ ਦੇ ਨਾਲ ਜੁੜੀਆਂ ਹੁੰਦੀਆਂ। ਹਰ ਵੇਲੇ ਹਾਲੇ ਤੇ ਜੰਗ 'ਚ ਨਹੀਂ ਰਿਹਾ ਜਾ ਸਕਦਾ, ਮੋਢੇ ਦਾ ਬੰਦੂਕ ਚਾਹੀਏ ਹਰ ਵੇਲੇ, ਬਿਲਕੁਲ ਨਹੀਂ ਰਿਹਾ ਜਾ ਸਕਦਾ। ਔਰ ਇਹ ਰੀਅਲਾਈਜੇਸ਼ਨ ਜਾਂ ਇਸ ਚੀਜ਼ ਦਾ ਅਹਿਸਾਸ ਲਾਜ਼ਮੀ ਗੱਲ ਹੈ, ਇੱਕ ਤਰਫਾ ਨਹੀਂ ਹੋ ਸਕਦਾ, ਦੋਵਾਂ ਪਾਸੇ ਜੀ ਬਿਲਕੁਲ ਹੁੰਦਾ ਹੈ। ਤੇ ਚੀਜ਼ਾਂ ਕਾਫੀ ਬਿਹਤਰੀ ਵਾਲੇ ਪਾਸੇ ਜਾ ਰਹੀਆਂ ਸਨ, ਖਾਸ ਤੌਰ 'ਤੇ ਜਿਹੜਾ ਮੋਦੀ ਦੇ ਆਮਣ ਤੋਂ ਪਹਿਲੇ ਚੀਜ਼ਾਂ ਕਾਫੀ, ਲੇਕਿਨ ਇਸ ਨੇ ਆ ਕੇ ਜਿਹੜਾ ਟਰਨ ਲਿਆ ਹੈ ਹਿੰਦੂਵਾਦਾ ਵਾਲਾ ਤੇ ਹਿੰਦੂ ਇੰਤਹਾ ਪਸੰਦੀ ਜਾਂ ਮੁਸਲਮਾਨਾਂ ਦੇ ਖਿਲਾਫ ਜਿਹੜਾ ਉਹਨੇ ਜੋ ਵੀ ਆਪਣਾ ਇੱਕ ਸਟੈਂਡ ਲਿਆ ਹੈ, ਤੇ ਉਹ ਮੇਰੇ ਖਿਆਲ 'ਚ ਇੰਡੀਆ ਵਾਸਤੇ ਵੀ ਕੋਈ ਜ਼ਿਆਦਾ ਉਹ ਕੋਈ ਮਨਫੀਅਤ ਬਖਸ਼ ਨਹੀਂ ਆਉਣ ਲੱਗਾ। ਕਿਉਂਕਿ ਇੰਡੀਆ ਦੇ ਜਿਹੜੇ ਵੱਡਕੇ ਸਨ, ਬਣਾਉਣੇ ਵਾਲੇ ਸਨ, ਸੋਚਣੇ ਵਾਲੇ ਸਨ,
ਗਾਂਧੀ ਹੋ ਗਿਆ, ਨਹਿਰੂ ਹੋ ਗਿਆ, ਪਟੇਲ ਹੋ ਗਿਆ, ਅਬੁਲ ਕਲਾਮ ਆਜ਼ਾਦ ਹੋ ਗਿਆ। ਅਬੁਲ ਕਲਾਮ ਆਜ਼ਾਦ ਹੋ ਗਿਆ। ਉਹਨਾਂ ਨੇ ਉਹਦੀ ਬਕਾ ਜਿਹੜੀ ਹੈ ਉਹਦੇ ਮੁੰਸਲਿਕ ਕੀਤੀ ਸੀ ਸੈਕੂਲਰਿਜ਼ਮ ਦੇ ਨਾਲ। ਠੀਕ ਹੈ। ਤੇ ਉਹ ਇੰਡੀਆ ਦਾ ਤਰੱਕੀ, ਇੰਡੀਆ ਦੀ ਬਕਾ ਹੀ ਉਹਦੇ ਵਿੱਚ ਹੈ ਕਿ ਉੱਥੇ ਇਤਨੀਆਂ ਜ਼ਿਆਦਾ ਜ਼ਬਾਨਾਂ, ਇਤਨੀਆਂ ਜ਼ਿਆਦਾ ਨਸਲੀ, ਇਤਨੀ ਤਫਰਕਾ, ਇਤਨੀਆਂ ਕੌਮਾਂ ਮੌਜੂਦ ਹਨ ਕਿ ਉਹਦਾ ਬਚਾਓ ਹੀ ਨਹੀਂ ਹੈ ਉਹਦੇ ਵਿੱਚ। ਉਹਦਾ ਤੁਸੀਂ ਨਤੀਜਾ ਹੁਣ ਤੁਸੀਂ ਦੇਖ ਲਓ ਉਹਦੀਆਂ ਪਾਲਿਸੀਆਂ ਦਾ ਕਿ ਉਹਨੇ ਕਿਹਾ ਸੀ ਜੀ, ਮੋਦੀ ਸਾਹਿਬ ਨੇ ਕਿ ਜੀ ਮੈਂ 400 ਤੋਂ ਜ਼ਿਆਦਾ ਇਸਤਫਾ ਸਾਡਾ ਜਿਹੜਾ ਇਸਤਿਹਾਰ ਹੈ ਸੀਟਾਂ ਲਵੇਗਾ, ਲੇਕਿਨ ਉਹਨਾਂ ਨੂੰ ਬਹੁਤ ਮਾਯੂਸ ਕੁਨ ਹੱਦ ਤੱਕ ਉਹਨਾਂ ਦੀ ਕਾਰਕਰਦਗੀ ਰਹੀ ਹੈ। ਅਗਰਚੇ ਉਹ ਹੁਕੂਮਤ ਬਣਾ ਲੈਣਗੇ ਤੇ ਉਹ ਮੈਂ ਸਮਝਦਾ ਕਿ ਰੀਅਲਾਈਜੇਸ਼ਨ ਅਸੀਂ ਬਹੁਤ ਜ਼ਿਆਦਾ ਵਕਤ ਜ਼ਾਇਆ ਕਰ ਦਿੱਤਾ ਹੈ ਦੋਵਾਂ ਮੁਲਕਾਂ ਨੇ, ਤੇ ਇਹਨਾਂ ਨੂੰ ਸਾਨੂੰ ਇਸ ਵਾਸਤੇ ਸੋਚਣਾ ਪਵੇਗਾ ਔਰ ਇਸ ਦੇ ਉੱਤੇ ਅਸਰ ਦਾ। ਔਰ ਦੂਸਰੀ ਗੱਲ ਇਹ ਹੈ ਆਪਣਾ ਲਤੀਫ ਸਾਹਿਬ ਕਿ ਇੱਕ ਜਿਹੜੀ ਮੈਂ ਅੱਗੇ ਗੁਜ਼ਾਰਿਸ਼ ਕੀਤੀ ਜੋ ਸੋਚਾਂ ਹਕੀਕਤ ਪਸੰਦਾਨਾ ਤੇ ਗੈਰ ਹਕੀਕਤ ਪਸੰਦਾਨਾ, ਖੁੱਲੀਆਂ ਅੱਖਾਂ ਨਾਲ ਵੇਖੋ ਦੁਨੀਆ ਨੂੰ, ਤੁਸੀਂ ਖੁੱਲੀਆਂ ਅੱਖਾਂ ਨਾਲ ਦੇਖੋ। ਮੈਂ ਗੁਜ਼ਾਰਿਸ਼ ਇਹ ਕਰਨਾ ਚਾਹ ਰਿਹਾ ਕਿ ਸਾਡੇ ਕਾਇਦੇ ਆਜ਼ਮ ਹੋਣ ਜਾਂ ਦੂਸਰੇ ਜਿਹੜੇ ਸਾਡੇ ਅਲਾਮਾ ਇਕਬਾਲ, ਸਰ ਸੈਯਦ ਵਗੈਰਾ ਵਗੈਰਾ, ਕਿਸ ਨੇ ਤੁਹਾਨੂੰ ਕਿੱਧਰ ਕਿਹਾ ਕਿ ਜੀ ਤੁਸੀਂ ਇੰਡੀਆ ਨਾਲ ਹਰ ਚੀਜ਼ ਤੇ ਮੁਕਾਬਲਾ ਕਰਨਾ? ਅਰੇ ਭਾਈ ਹਕੀਕਤ ਦੀਆਂ ਅੱਖਾਂ ਚੱਖਾਂ ਪਾ ਕੇ ਦੇਖੋ, ਉਹਦੇ ਵਸਾਇਲ, ਉਹਦੀ ਆਬਾਦੀ, ਉਹਦੇ ਜ਼ਰਾਏ, ਉਹਦੀ ਜਮਹੂਰੀ, ਐਡਾ ਵੱਡਾ ਮੁਲਕ ਔਰ ਦੁਨੀਆ ਉਹਨੂੰ ਮੰਨਦੀ ਤੋਂ ਸਾਰਿਆਂ ਤੋਂ ਵੱਡਾ ਜਮਹੂਰੀ ਮੁਲਕ। ਦੁਨੀਆ ਦੇ ਜਿਹੜੇ ਤਜਾਰਤੀ ਤੇ ਮੁਆਸ਼ੀ ਮਫਾਦਾਤ ਜਿਹੜੇ ਮਲਟੀਨੈਸ਼ਨਲ ਕੰਪਨੀਆਂ ਦੇ ਉਹਦੇ ਨਾਲ ਵਾਬਸਤਾ ਹਨ, ਮੰਡੀਆਂ ਨਾਲ ਮੈਟਰ ਕਰਦੇ ਨੇ, ਮੰਡੀਆਂ ਨਾਲ ਸਾਰਾ ਕੁਝ ਹੁੰਦਾ ਹੈ। ਤੇ ਤੁਸੀਂ ਕਿਹੜੇ ਤੁਹਾਨੂੰ ਡਾਕਟਰ ਤੇ ਹਕੀਮ ਨੇ ਕਿਹਾ ਕਿ ਉਹਦੇ ਨਾਲ ਤੁਸੀਂ ਹਰ ਚੀਜ਼ ਵਿੱਚ ਮੁਕਾਬਲਾ ਆਡਾ ਲਾਈ ਰੱਖੋ? ਔਰ ਮਾਜ਼ਰਤ ਦੇ ਨਾਲ ਹੁਣ ਤੇ ਸਾਡੀ ਇਹ ਸਿਚੁਏਸ਼ਨ ਹੋ ਗਈ ਹੈ ਬਦਕਿਸਮਤੀ ਨਾਲ ਕਿ ਹੁਣ ਉਹ ਸਾਨੂੰ ਪਹਿਲੇ ਤੇ ਦੁਸ਼ਮਣ ਸਮਝਦਾ ਸੀ, ਹੁਣ ਸਾਨੂੰ ਦੁਸ਼ਮਣ ਵੀ ਨਹੀਂ ਸਮਝਦਾ ਆਪਣਾ, ਉਹ ਮਸਕੀਨ ਜਿਹਾ ਸਮਝਦਾ ਹੈ, ਹੁਣ ਮਸਕੀਨ ਜਿਹਾ ਸਮਝਦਾ। ਤੇ ਪਹਿਲਾ ਤੇ ਇਹ ਸੀ ਸਵਾਲ, ਤੇ ਦੂਸਰਾ ਸੀ ਸਵਾਲ ਤੁਹਾਡਾ ਆਪਣਾ ਇੰਟਰਨੈਸ਼ਨਲੀ ਅਗਰ ਜਨਾਬੇ ਟਰੰਪ ਆ ਜਾਂਦੇ ਨੇ ਤੇ ਉਹਨਾਂ ਦੇ ਅਸਰਾਤ ਮੁਰਤਬ ਹੋਣਗੇ ਤੇ ਖਿੱਤੇ ਦੀ ਤੇ ਬਾਕੀ ਦੁਨੀਆ ਦੀ, ਇਸਰਾਈਲ ਦੀ, ਅਰਬ ਦੁਨੀਆ ਦੀ, ਇਹ ਸਿਆਸਤ ਦਾ ਕੀ ਬਣੇਗਾ? ਸਰ ਗੱਲ ਇਹ ਹੈ ਇੱਕ ਤੇ ਸਾਨੂੰ ਇਹ ਸਮਝਣਾ ਚਾਹੀਦਾ ਹੈ, ਸੋਚ ਸਮਝ ਲੈਣਾ ਚਾਹੀਦਾ ਹੈ ਕਿ ਇੱਕ ਚੀਜ਼ ਇੰਟਰਨੈਸ਼ਨਲ ਰਿਲੇਸ਼ਨ ਕਹਿੰਦੇ ਜੀ ਕਿ ਨੈਸ਼ਨਲ ਇੰਟਰਸਟ, ਕੌਮੀ ਮੁਫਾਦ, ਸਾਰੀ ਦੁਨੀਆ ਦਾ ਇਹ ਮਸਲਾ, ਸਾਰੀ ਦੁਨੀਆ ਆਪਣੀਆਂ ਜਿਤਨੀਆਂ ਵੀ ਪਾਲਿਸੀਜ਼ ਬਣਾਉਂਦੀ ਹੈ ਉਸ ਦਾ ਮਰਕਜ਼ੀ ਨੁਕਤਾ ਜਿਹੜਾ ਹੈ ਉਹ ਉਸ ਦਾ ਨੈਸ਼ਨਲ ਇੰਟਰਸਟ ਹੁੰਦਾ ਹੈ। ਉਹ ਅੰਗਰੇਜ਼ੀ ਚ ਕਹਿੰਦੇ ਨਾ ਕਿ ਦੇਰ ਆਰ ਨੋ ਪਰਮਾਨੈਂਟ ਫੋਜ਼ ਐਂਡ ਫਰੈਂਡਸ ਐਟ ਇੰਟਰਨੈਸ਼ਨਲ ਲੈਵਲ। ਇੰਟਰਨੈਸ਼ਨਲ ਲੈਵਲ ਤੇ ਕੋਈ ਦੁਸ਼ਮਣ ਨਹੀਂ ਹੁੰਦਾ, ਕੋਈ ਸੱਜਣ ਨਹੀਂ ਹੁੰਦਾ। ਉਹ ਤੁਹਾਡਾ ਸੱਜਣ ਹੈ ਜਿਹਦੀ ਵਜ੍ਹਾ ਤੋਂ ਤੁਹਾਡੇ ਮੁਲਕ ਨੂੰ ਕੋਈ ਫਾਇਦਾ ਪਹੁੰਚ ਰਿਹਾ ਹੈ, ਤੇ ਉਹ ਦੁਸ਼ਮਣ ਹੈ ਤੁਹਾਡਾ ਜਿਹਦਾ ਨੁਕਸਾਨ ਹੋ ਰਿਹਾ, ਜਿਹਦੇ ਨਾਲ ਤੁਹਾਡਾ ਨੁਕਸਾਨ ਹੋ ਰਿਹਾ। ਤੇ ਇਹ ਦੇਖਣਾ ਪਏਗਾ। ਤੇ ਜਿੱਥੇ ਤੱਕ ਤੁਸੀਂ ਕਹੋ ਜੀ ਕਿ ਫਲਾਣਾ ਆ ਜਾਏਗਾ ਤੇ ਇਹ ਹੋ ਜਾਏਗਾ, ਫਲਾਣਾ ਆ ਜਾਏਗਾ ਇਹ ਹੋ ਜਾਏਗਾ, ਉਹ ਜਦੋਂ ਤੱਕ ਤੁਸੀਂ ਆਪਣਾ ਘਰ ਸਿੱਧਾ ਨਹੀਂ ਕਰਦੇ, ਆਪਣੀਆਂ ਸੋਚਾਂ ਸਿੱਧਾ ਨਹੀਂ ਕਰਦੇ, ਕੋਈ ਕੁਝ ਨਹੀਂ ਕਰ ਸਕਦਾ। ਕੋਈ ਆਵੇ ਜਾਵੇ, ਜੋ ਆਵੇ ਜਾਵੇ, ਕੋਈ ਇਤਨਾ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਦੇ ਅਦਾਰੇ ਮਜ਼ਬੂਤ ਹਨ, ਉਹਨਾਂ ਦੀਆਂ ਪਾਲਿਸੀਆਂ ਦੇ ਵਿੱਚ ਤਸਲਸਲ ਹੁੰਦਾ ਹੈ ਔਰ ਹੁਕੂਮਤਾਂ ਆਣੇ ਜਾਣੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਲੇਕਿਨ ਇਸ ਦੇ ਬਾਵਜੂਦ ਮੈਂ ਕਹਾਂਗਾ ਕਿ ਟਰੰਪ ਦਾ ਅਗਰ ਤੁਸੀਂ ਪਿਛਲਾ ਟੈਨਿਓਰ ਦੇਖੋ ਕਿ ਉਹ ਇੱਕ ਹਕੀਕਤ ਪਸੰਦ ਆਦਮੀ ਹੈ, ਉਹ ਜਿਹਨੂੰ ਤੁਸੀਂ ਕਹਿੰਦੇ ਨਾਨ ਡਿਪਲੋਮੈਟਿਕ ਹੈ। ਉਹ ਸਿਆਹ ਨੂੰ ਸਿਆਹ, ਸਫੇਦ ਨੂੰ ਸਫੇਦ ਕਹਿਣ ਵਾਲਾ ਹੈ, ਉਹ ਆਪਣੇ ਲਫ਼ਜ਼ ਨਹੀਂ ਚਬਾਉਂਦਾ। ਔਰ ਉਸ ਦੀ ਸਾਰਿਆਂ ਤੋਂ ਵੱਡੀ ਗੱਲ ਕਿ ਉਹਨੇ ਆਪਣੇ ਪਿਛਲੇ ਟੈਨਿਓਰ ਵਿੱਚ ਪੂਰੀ ਦੀ ਪੂਰੀ ਤਵੱਜੋ ਆਪਣੇ ਮੁਲਕ ਦੀ ਮਈਸ਼ਤ ਨੂੰ ਤੇ ਆਪਣੇ ਆਵਾਮ ਦੀ ਹਾਲਤ ਨੂੰ ਬਿਹਤਰ ਬਣਾਉਣੇ ਦੇ ਲਈ। ਇਹ ਕਿਤਨੀ ਇੱਕ ਤਾਜੁਬ ਦੀ ਗੱਲ ਹੈ ਕਿ ਪੂਰੇ ਟੈਨਿਓਰ ਦੇ ਵਿੱਚ ਟਰੰਪ ਦੇ ਅਮਰੀਕਾ ਉਸ ਦੌਰਾਨ ਕਿਸੇ ਮੁਲਕ ਤੇ ਜਲਗਾਰ ਨਹੀਂ ਕੀਤੀ, ਕਿਸੇ ਨੇ ਚੜਾਈ ਨਹੀਂ ਕੀਤੀ, ਬਲਕਿ ਜਿੱਥੇ ਜਿੱਥੇ ਫੈਲੇ ਹੀ ਸਨ ਅਮਰੀਕਾ ਦੀਆਂ ਫੌਜਾਂ, ਜਿੱਥੇ ਜਿੱਥੇ ਦਰਅੰਦਾਜ਼ੀ ਉਹਨਾਂ ਨੇ ਕੀਤੀ ਸੀ। ਟਰੰਪ ਦੀ ਪਾਲਿਸੀ ਸੀ ਕਿ ਉਹ ਸਾਰਿਆਂ ਨੂੰ ਇਕੱਠਾ ਕਰਕੇ ਔਰ ਵਾਪਸ ਲੈ ਗਿਆ। ਅੱਛਾ, ਉਹਨੇ ਇਹ ਵੀ ਆਖਿਆ ਸੀ ਕਿ ਪੂਰੀ ਦੁਨੀਆ ਦੇ ਮਸਾਇਲ ਦੀ ਜਿਹੜੀ ਜੜ ਹੈ, ਮਸਲਨ ਜਿੱਥੇ ਜਿਹੜੇ ਲਾਜਨਹਲ ਮਸਾਇਲ ਹਨ ਉਹਨਾਂ ਸਾਰਿਆਂ ਨੂੰ ਹੱਲ ਕਰਨਾ ਹੈ। ਉਹ ਕਸ਼ਮੀਰ ਦੀ ਗੱਲ ਵੀ ਕਰਦਾ ਸੀ, ਉਹ ਸਾਲਸੀ ਦਾ ਉਹਨੇ ਇਵਨ ਤੱਕ ਵਾਅਦਾ ਵੀ ਕੀਤਾ। ਉਹਨੇ ਇਸਰਾਈਲ ਤੇ ਫਲਸਤੀਨ ਦੇ ਮਾਮਲੇ ਜਿਹੜੇ ਉਹਨੇ ਆਖਿਆ ਬਸ ਕਰੋ ਯਾਰ ਬਹੁਤ ਹੋ ਗਿਆ। ਤੇ ਇਹ ਬਸ ਕਰੋ ਯਾਰ ਬਹੁਤ ਹੋ ਗਿਆ ਇਹ ਗੱਲ ਸਾਰਿਆਂ ਨੂੰ ਸਮਝ ਆਏਗੀ ਜਾਂ ਜੋ ਅਸਲਾ ਫਰੋਸ਼ ਤੇ ਜੰਗ ਵੇਚਣ ਵਾਲੇ ਤੇ ਉਹਦੇ ਨਾਲ ਤਿਜੋਰੀਆਂ ਭਰਨ ਵਾਲੇ, ਕਮਿਸ਼ਨ ਤੇ ਕਿੱਕ ਬੈਕਾਂ ਲੈਣ ਵਾਲੇ, ਉਹਨਾਂ ਨੂੰ ਵੀ ਸਮਝ ਆਏਗੀ? ਗੱਲ ਤੇ ਬੜੀ ਤੁਹਾਡੀ 100% ਸਹੀ ਹੈ ਕਿ ਇੱਕ ਚੀਜ਼ ਤੇ ਕੋਈ ਨਹੀਂ ਹੁੰਦੀ ਨਾ, ਇਹ ਇਤਨਾ ਪੇਚੀਦਾ ਇੱਕ ਜਾਲ ਹੈ ਸਮਝ ਲਓ
ਆਲਮੀ ਸਤ੍ਹਾ ਦੇ ਉੱਤੇ ਉਹ ਜਿੱਦਾਂ ਤੁਸੀਂ ਇਸ਼ਾਰਤਨ ਜ਼ਿਕਰ ਕੀਤਾ ਕਿ ਜੀ ਉਹ ਡਿਫਰੈਂਟ ਮਾਫੀਆਜ਼ ਹਨ, ਮੁਖਤਲਿਫ ਮਾਫੀਆਜ਼ ਹਨ, ਉਹ ਅਸਲਾ ਵੇਚਣ ਵਾਲੇ ਮਾਫੀਆਜ਼ ਹਨ, ਕੋਈ ਮਜ਼ਹਬ ਨੂੰ ਇਸਤੇਮਾਲ ਕਰਨ ਤਰ੍ਹਾਂ ਤਰ੍ਹਾਂ ਜੀ, ਜੰਗਾਂ ਬਣਾਉਣ ਵਾਲੇ, ਜੰਗਾਂ ਲੇਟਣ ਵਾਲੇ, ਸਾਰੇ ਕੰਮ। ਲੇਕਿਨ ਮੇਰਾ ਖਿਆਲ ਹੈ ਕਿ ਫਿਰ ਵੀ ਜਿਹੜੀ ਇੱਕ ਅਮਰੀਕਾ ਜੈਸਾ ਮੁਲਕ ਜਿਹੜਾ ਦੁਨੀਆ ਦਾ ਇਸ ਵੇਲੇ ਵਾਹਿਦ ਤਾਕਤ ਹੈ, ਵੱਡੀ ਹਕੀਕਤ ਇਹ ਹੀ ਹੈ। ਅਗਰਚੇ ਰੂਸ ਹੋ ਗਿਆ ਜਾਂ ਚਾਈਨਾ ਹੋ ਗਿਆ ਜਾਂ ਯੂਰਪ ਵੀ ਆਪਣੇ ਪੈਰਾਂ ਤੇ ਖਲੋਣ ਦੀ ਕੋਸ਼ਿਸ਼ ਕਰ, ਲੇਕਿਨ ਉਹਨਾਂ ਨੂੰ ਅਜੇ ਟਾਈਮ ਲੱਗੇਗਾ। ਫਿਲਹਾਲ ਉਹਨੂੰ ਅਮਰੀਕਾ ਨੂੰ ਕੋਈ ਚੈਲੰਜ ਕਰਨ ਦੀ ਪੋਜੀਸ਼ਨ ਵਿੱਚ ਨਹੀਂ ਹੈ। ਲੇਕਿਨ ਮੈਂ ਸਮਝਦਾ ਕਿ ਅਗਰ ਟਰੰਪ ਆ ਜਾਂਦਾ ਹੈ ਤੇ ਸ਼ਾਇਦ ਪਾਕਿਸਤਾਨ ਦੇ ਹਵਾਲੇ ਨਾਲ ਵੀ ਤੇ ਜਿਹੜੇ ਮਸਾਇਲ ਦਾ ਜਿਨ੍ਹਾਂ ਦਾ ਤੁਸੀਂ ਆਲਮੀ ਮਸਾਇਲ ਦਾ ਜ਼ਿਕਰ ਕੀਤਾ ਹੈ ਉਸ ਤੇ ਵੀ ਅਸਰ ਪਵੇਗਾ। ਅੱਛਾ, ਤੇ ਇਹ ਜਿਹੜੀ ਤੁਸੀਂ ਗੱਲ ਕਰਦੇ ਹੋ ਪਏ ਵੀ ਕੋਈ ਜਿਹੜਾ ਉਹ ਹਲੀਮ ਨੂੰ ਛੇੜਨ ਦੀ ਪੋਜੀਸ਼ਨ 'ਚ ਨਹੀਂ ਹੈਗਾ, ਤੇ ਅਸੀਂ ਜਿਹੜਾ ਰੋਜ਼ ਬਿਆਨੀਆਂ ਵੇਚਨੇ ਆ ਚੀਨ ਚੀਨ ਚੀਨ, ਸਾਰੀ ਦੁਨੀਆ ਸਰਮਾयाकारी, सारे लोग उसके मकरूज, इंडिया मकरूज, अमेरिका मकरूज, उससे पैसे ले रहे हैं, वो सारी दुनिया को पैसे दे रहा है, राह बना रहा है, सड़क बना रहा है, समंदर सीधे कर रहा है, ये सारिया गल्लां एवें गल्लां ही ने। ਸਰ ਉਹੀ ਗੱਲ ਜਿਹੜੀ ਫਿਰ ਉੱਥੇ ਹੀ ਆਏਗੀ ਕਿ ਸਾਨੂੰ ਸਾਡੀਆਂ ਸੋਚਾਂ, ਸਾਨੂੰ ਜਿਹੜਾ ਤੁਹਾਡਾ ਸਾਡੀਆਂ ਸੋਚਾਂ ਸਾਨੂੰ ਮਾਰਿਆ ਉਹ ਹੀ ਕਿ ਅਸੀਂ ਤੇ ਬੜੇ ਅਰਸੇ ਤੋਂ ਸੁਣ ਰਹੇ ਹਾਂ ਜੀ ਕੋਈ ਚੀਨ ਤੇ ਅਮਰੀਕਾ ਦੀ ਲੜਾਈ ਹੋਣੀ ਹੈ ਤੇ ਚੀਨ ਨੇ ਅਮਰੀਕਾ ਨੂੰ ਇੰਜ ਕਰ ਦੇਣਾ ਤੇ ਇੰਜ ਕਰ ਦੇਣਾ। ਉਹ ਉਸ ਵੱਡੇ ਲੈਵਲ ਤੇ ਇੱਕ ਤੇ ਚੀਨ ਦੀ ਪਾਲਿਸੀ ਇਸ ਤਰ੍ਹਾਂ ਦੀ ਹੈ ਕਿ ਉਹ ਕਿਸੇ ਵੀ ਕਿਤੇ ਪੰਗੇ 'ਚ ਨਹੀਂ ਪੈਂਦਾ, ਅੱਗੇ 'ਚ ਨਹੀਂ ਪੈਂਦਾ, ਆਲਮੀ ਤਨਾਜ਼ੇ 'ਚ ਨੂੰ ਅਵਾਇਡ ਕਰਨ ਦੀ ਕੋਸ਼ਿਸ਼ ਕਰਦਾ ਹੈ। ਔਰ ਦੂਸਰੀ ਉਹਦੀ ਟ੍ਰਿਲੀਅਨਸ ਆਫ ਡਾਲਰਸ ਦੀ ਤਜਾਰਤ ਹੈ ਅਮਰੀਕਾ ਦੇ ਨਾਲ, ਸਾਰੀ ਦੁਨੀਆ 'ਚ ਬਤਾ ਸਾਰੀ ਦੁਨੀਆ ਉਹਦੀ ਪ੍ਰਾਇੋਰਟੀ, ਉਹਦਾ ਆਪਣਾ ਮਾਲ ਹੈ, ਉਹਦੀ ਤਜਾਰਤ ਹੈ, ਉਹਦੀਆਂ ਮੰਡੀਆਂ ਨੇ। ਤੇ ਉਹ ਜਿਹੜਾ ਗਵਾਦਰ ਵੀ ਸਸਤੀ ਮੰਡੀ, ਸਸਤੀ ਜਗ੍ਹਾ ਦੇ ਨੇੜੇ ਨੇੜੇ ਦੇ ਚੱਕਰ 'ਚ ਹੈ, ਨੇੜੇ ਦੇ ਚੱਕਰ 'ਚ। ਤੇ ਉਹ ਜਿਹੜੀ ਇੱਕ ਸਾਡੀ ਸੋਚ ਹੈ ਜੀ ਕਿ ਉਹ ਲੜਾਈ ਤੇ ਫਲਾਣੀ ਤੇ ਉਹ ਜੀ ਤੀਸਰੀ ਆਲਮੀ ਜੰਗ ਸ਼ੁਰੂ ਹੋਣ ਲੱਗੀ ਹੈ ਤੇ ਪੇਸ਼ੰਗੋਈਆਂ, ਇਹ ਸਾਡੀਆਂ ਸਾਰੀਆਂ ਉਹ ਜਿਹੜੀਆਂ ਖਾਮ ਖਿਆਲੀਆਂ ਨੇ, ਇਹ ਉਸ ਦਾ ਸ਼ਾਖਸਾਨ ਹੈ। ਮੇਰਾ ਇਹ ਖਾਹਿਸ਼ਾਂ ਨੂੰ ਖਬਰ ਬਣਾਉਂਦੇ ਆ, ਖਾਹਿਸ਼ਾਂ ਨੂੰ ਖਬਰ ਬਣਾ ਕੇ ਤੇ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਤੇ ਤੀਸਰਾ ਤੁਹਾਡਾ ਸਵਾਲ ਇਸਰਾਈਲ ਦਾ ਤੇ ਜਿਹੜੇ ਮਜ਼ਲੂਮ ਹਨ, ਮੈਂ ਪੂਰੀ ਦੁਨੀਆ ਦੇ ਮਜ਼ਲੂਮ ਉਹਦਾ ਨਾ, ਸਾਰੀ ਦੁਨੀਆ ਕੇ ਮਜ਼ਦੂਰੋ ਇੱਕ ਹੋ ਜਾਓ, ਤੇ ਕਿਆ ਇਹ ਮਜ਼ਦੂਰ ਜਿਹੜੇ ਵਿਚਾਰੇ ਮਜ਼ਲੂਮ ਹਨ ਇਹ ਵੀ ਕੋਈ ਇਕੱਠੇ ਹੋਣਗੇ ਜਾਂ ਕੋਈ ਇਕੱਠਿਆ ਨਹੀਂ ਹੋਣ ਦੇਗਾ, ਜਾਂ ਕਿਸੇ ਦਾ ਦੁੱਖ ਤੇ ਕਲੇਜਾ ਫਾੜਨ ਵਾਲੀਆਂ ਗੱਲਾਂ ਜੋ ਇਸਰਾਈਲ ਕਰਦਾ ਪਿਆ ਫਲਸਤੀਨ ਨਾਲ, ਫਲਸਤੀਨੀਆਂ ਨਾਲ, ਉਹਨਾਂ ਨੂੰ ਤਾਂ ਅੱਜ ਪਤਾ ਲੱਗਦਾ ਹੈ ਕਿ ਸਫਾ ਹਸਤੀ ਤੋਂ ਮਿਟਾ ਦੇਣਾ। ਤੇ ਹੁਣ ਦੁਨੀਆ ਜਿਹੜੀ ਹੈ ਕਿਸੇ ਮੁਲਕ ਨੂੰ ਵੀ ਸਫਾ ਹਸਤੀ ਤੋਂ ਮਿਟਾਉਣ ਦੀ ਪੋਜੀਸ਼ਨ 'ਚ ਕੋਈ ਵੀ ਨਹੀਂ ਹੈਗਾ। ਇਹ ਸਾਰੇ ਡਰਾਮੇਬਾਜ਼ੀਆਂ ਜਿਹੜੀਆਂ ਨੇ ਚਲਦੀਆਂ ਰਹੀਆਂ, ਤੇ ਕਿਆ ਇਹ ਹੁਣ ਅਸੀਂ ਦੁਨੀਆ ਨੂੰ ਰਹਿਣ ਦੇ ਕਾਬਲ ਬਣਾਵਾਂਗੇ ਜਾਂ ਇਹ ਜੰਗ ਛੰਗ ਤੇ ਜੰਗਾਂ ਤੇ ਵਬਾਵਾਂ ਤੇ ਸਲਾਬ ਤੇ ਇਹ ਸਾਰਾ ਕੁਝ ਆਰਟੀਫਿਸ਼ਲ ਜਿਹੜੇ ਕੰਮ ਅਸੀਂ ਕਰਨੇ ਆ। ਹੁਣ ਮੌਲੀਆਤ ਨੇ ਜੋ ਕੀਤਾ ਅਸੀਂ, ਬਾਰਿਸ਼ ਆਉਂਦੀ ਹੈ ਤੇ ਆਈ ਜਾਂਦੀ ਹੈ, ਓਲੇ ਪੈਂਦੇ ਨੇ ਪਏ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਜਿਹੜੀ ਜਿਹਨੂੰ ਕਹਿੰਦੇ ਰਵਾਇਤੀ ਜੰਗਾਂ ਉਸ ਨੂੰ ਨਿਕਲ ਅਸੀਂ ਡਿਜੀਟਲ ਤੇ ਚਲੇ ਗਏ ਹਾਂ, ਹੁਣ ਜਰਸੀਮਿਤ ਹੈ। ਇਹ ਕੀ ਹੁੰਦਾ ਪਿਆ? ਤੁਸੀਂ ਵੀ ਤੇ ਜੰਗ ਸ਼ੰਗ ਤੱਕੀ ਹੈ ਸਾਰੀ, ਔਰ ਜੰਗ ਪੜ੍ਹੀ ਵੀ ਹੈ, ਤੇ ਤੁਸੀਂ ਕੀ ਸਮਝਦੇ ਹੋ ਕਿ ਜੰਗ ਦੀ ਸਾਇੰਸ ਜਾਂ ਉਹਦਾ ਮੰਜ਼ਰ ਜਾਂ ਉਹਦਾ ਸਟਾਈਲ ਤਬਦੀਲ ਹੋ ਗਿਆ? ਜੀ ਬਿਲਕੁਲ ਐਸਾ ਹੀ ਹੈ। ਹੁਣ ਉਹ ਤਸੱਵਰ ਜਗ੍ਹਾ ਦਾ ਖਤਮ ਹੋ ਗਿਆ। ਹੁਣ ਤੇ ਤੁਸੀਂ ਮਫਤੂ ਕਰਦੇ ਹੋ ਆਪਣੀਆਂ ਮਈਸ਼ਤ ਦੇ ਜ਼ਰੀਏ, ਜਿਹੜੀਆਂ ਤੁਹਾਡੀਆਂ ਪਾਲਿਸੀਆਂ ਦੇ ਜ਼ਰੀਏ, ਮਲਟੀਨੈਸ਼ਨਲ ਕੰਪਨੀ ਦੇ ਜ਼ਰੀਏ ਉਹ ਟੈਮ ਹੋ ਗਈ। ਤੇ ਤੁਹਾਡਾ ਸਵਾਲ ਇਤਨਾ ਜਾਮੇ ਔਰ ਵਸੀਹ ਹੈ ਕਿ ਉਹਦੇ ਵਾਸਤੇ ਬੜਾ ਟਾਈਮ ਦਰਕਾਰ ਹੈ ਕਿ ਬਾਕੀ ਜਿਹੜੀਆਂ ਮਜ਼ਲੂਮ ਕੌਮਾਂ ਦੀ ਆਵਾਜ਼ ਤੇ ਅੱਗੇ ਉਹਨਾਂ ਦਾ ਕੀ ਬਣੇਗਾ ਜਾਂ ਕਿਸ ਤਰੀਕੇ ਨਾਲ, ਤੇ ਮੈਂ ਅਵੇਅਰਨੈਸ ਤੇ ਹੈ। ਉਹਦੇ ਤੁਸੀਂ ਇਸਰਾਈਲ ਦਾ ਜ਼ਿਕਰ ਕੀਤਾ, ਤੇ ਇਸਰਾਈਲ ਦੀ ਤੇ ਪੁਰਾਣੀ ਪੂਰੀ ਮੈਂ ਤਾਰੀਖ ਦਾ ਤਾਲਬ ਇਲਮ ਆ, ਤਫਸੀਲਨ ਮੈਂ ਉਸ ਨੂੰ ਪੜ੍ਹਿਆ ਹੈ, ਜਾਣਦਾ ਕਿ ਇਜ਼ਰਾਈਲ ਤੇ ਕਦੀ ਵੀ ਇੱਕ ਰਿਆਸਤ, ਇੱਕ ਮੁਲਕ ਦੇ ਤੌਰ ਤੇ ਰਿਹਾ ਹੀ ਨਹੀਂ। ਤੇ ਹੁਣ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਪਾਲਿਸੀਆਂ ਚੱਲ ਰਹੀਆਂ ਨੇ, ਜਿਸ ਤਰ੍ਹਾਂ ਦੇ ਉਹਨਾਂ ਦੀ ਅਟਦਰਮੀ ਹੈ, ਜਿਸ ਤਰ੍ਹਾਂ ਦੇ ਉਹ ਜ਼ੁਲਮ ਢਾ ਰਹੇ ਨੇ, ਤੇ ਇੱਕ ਸੋਚ ਇਹ ਵੀ ਪਾਈ ਜਾਂਦੀ ਹੈ ਅਹਲੇ ਇਲਮ ਦੇ ਵਿੱਚ ਕਿ ਹੋ ਸਕਦਾ ਹੈ ਕਿ ਇਜ਼ਰਾਈਲ ਦਾ ਵਜੂਦ ਹੀ ਆਪਣਾ ਹੀ ਖਤਰੇ ਵਿੱਚ ਪੈ ਜਾਏ। ਅੱਛਾ, ਗ੍ਰੇਟਰ ਦੀ ਬਜਾਏ ਉਹ ਰਵੇ ਕੋਈ ਨਾ, ਰਵੇ ਵੀ ਕੋਈ, ਇਹ ਵੀ ਇੱਕ ਹੈ ਸਿਲਸਿਲਾ। ਕਿਉਂਕਿ ਉਹਦੇ ਅੰਦਰ ਜਿਹੜੀਆਂ ਆਵਾਜ਼ਾਂ ਨੇ ਉਹ ਠੀਕ ਹੈ। ਇੱਕ ਹੋਰ ਚੀਜ਼ ਜਿਹੜੀ ਸਾਨੂੰ ਸੋਚਣੀ ਚਾਹੀਦੀ ਹੈ, ਤਾਕਤ ਜੀ ਅਸਲ ਚੀਜ਼ ਸਰ ਤਾਕਤ ਹੈ ਜਿਹੜੀ ਤੁਹਾਡੀ ਡਿਕਟੇਟ ਕਰਦੀ ਹੈ ਸਾਰੀਆਂ ਚੀਜ਼ਾਂ ਨੂੰ। ਅਭੀ ਤੁਸੀਂ ਦੇਖੋ ਜੀ, ਉਹ ਆਲਮੀ ਅਦਾਲਤ ਇਨਸਾਫ ਨੇ ਵੀ ਫੈਸਲਾ ਦੇ ਦਿੱਤਾ, ਸਲਾਮਤੀ ਕੌਂਸਲ ਨੇ ਕਰਾਰਦਾਦਾਂ ਪਾਸ ਕਰ ਦਿੱਤੀਆਂ
اسرائیل دے اندر لکھاں دے جلوس ہاں، نکل جلوس رہے نکلے، امریکہ امریکہ دے دے نکلے ہیں۔ لیکن وہ طاقت وچ اتنا انا ہو گیا ہے یا سنتے نہیں کسی دی، وہ کسی دی نہیں پیا سنتا، پرواہ ہی نہیں کرتا۔ تے اودہ کر کی لیا دنیا نے، ہائے اودہ کی مسئلے نے بگاڑ لیا ہے۔ تو مقصد یہ ہویا کہ فیصلے طاقت کر دیے، تے مقصد پھر تھوڑے سارے سوالاں دا جواب بھی دے وچ آ جاندا ہے کہ اگر تسی اپنے آپ نو بچانا ہے، اپنی بقا نو یقینی بنانا ہے، تے تانوں طاقت پر ہونا پوے گا۔ تے طاقت صرف اسلحے دی یا توپاں تے بندوقاں دی نہیں ہوندی، طاقت علم دی بھی ہے، طاقت معیشت دی بھی ہے، طاقت اخلاقیات دی، مورل اخلاقیات دی بھی ہے، ساری چیزاں دی ہے۔ تے ہن اسرائیل کول تے طاقت ہے، ہر لحاظ دی طاقت ہے۔ تسی اندازہ لا لو کہ اگر تسی جڑے دشمن دی بھی جڑی اچھی گل ہے انہوں اچھا کہنا چاہیے، تسی اگر نوبل انعام یافتہ لوکاں دی لسٹ اٹھا کے دیکھ سارے لو اتھے ہی تے اودے چ میرا چوکھے خیال ادھر ہے 70% لوگ جڑے نو یہودی تے دنیا نو سہولیات بم پہنچاਉਣ واسطے ڈرگز باقی چیزاں وہ ساریاں جڑیاں انسانی سہولیات دیاں وہ ساریاں وہی کردے پے تے دھندا بھی وہی کر رہے دھندا بھی پہ وہی کردے تے گل اصل آ جاندی ہے طاقت تے رحم کوئی نہیں جے کھاندا اس تسی بے شک اونوں تسی گھریلو زندگی تو شروع کر لو، گلی محلے دی زندگی تو شروع کر لو، تے رحم اللہ خاص طور دے اوتے اونوں جے اسی اچھا دل شل نہیں جی ہوندا طاقت دا نہ سیاست دا، کوئی دل نہیں ہوندا، دل شل والی گل کوئی نہیں جے ایویں اسی بنائے ہے، اور میرا خیال ہے ضمیر بھی کوئی نہیں ہوندا۔ وہ تہاڈی خیر ہو جائے، گل مکا ہی چھٹی ہے ارشد مرشد صاحب نے کہ نہ دل نہ ضمیر، یہ صرف اور صرف طاقت طاقت تے طاقت تے طاقت جیڑی ہے وہ کسے ویلے کچھ بھی ہو جاندہ ہے تے یہ گلاں اسی ویسے کردے جائیے تے گلاں مکدیاں ہی نہیں۔ بندہ ہوئے شاعر تے انہوں اسی سنیے نہ ویسے بدتہذیبی دی آخری حد ہے، شاعر نو سننا چاہیے، کہانی کار دا چلو کہانی لمحہ ہوتا ہے کام، لیکن شاعر نو تو سننا چاہیے تے کچھ کلام شاعر بزبان شاعر بھی ارشد مرشد سنا دے سانو۔ اس نظم دا مخاطباً اہل قلم دانشور سوچ رکھنے والے لوگ شاعر تے وہ بڑا اہم کردار ادا کرتے ہیں معاشرے دیاں جڑیاں دا تعین کرنے واسطے، سوچاں دیاں نویاں راہاں دا تعین کرنے واسطے۔ تے ایک نظم پیش کرتا جی بسم اللہ۔ نظم دا عنوان ہے جی خواب بے آگہی۔ جی سخن شناسو قلم کی حرمت کے پاس بانو، کلام موضوع کے نکتہ دانو، خاموش کیوں ہو؟ واہ، یہی تو لمحہ ہے بولنے کا، زبان کے قفل کھولنے کا۔ یہی تو لمحہ ہے بولنے کا، زبان کے قفل کھولنے کا۔ سو کچھ تو بولو، سو کچھ تو لکھو، وہ نظم ہو چاہے رزمیہ ہو، غزل ہو یا کوئی مرثیہ ہو۔ ہجو لکھو و سوخت لکھو، قلم کمانوں کو تان لو تم، اور عہد خستہ کی موت لکھو۔ نظر اٹھاؤ فلک پہ دیکھو، فضا دھوئیں سے اٹی پڑی ہے۔ سبحان اللہ۔ نظر اٹھاؤ فلک پہ دیکھو، فضا دھوئیں سے اٹی پڑی ہے۔ ستم تو دیکھو کہ ارغوانی دھوئیں کے بادل یہ فاختاؤں کے گھونسلوں سے امڑ رہے ہیں۔ ہائے ہائے، ستم تو یہ ہے کہ ارغوانی دھوئیں کے بادل یہ فاختاؤں کے گھونسلوں سے امڑ رہے ہیں۔ جہان وحشت میں آہوانے دل گرفتہ بھی گرگ شاہی سے تنگ آ کر شکم سے بچے گرا رہے ہیں۔ ہائے ہائے، سموم نوحہ یہ پڑھ رہی ہے کہ پربتوں پر لگی ہوئی آگ بستیوں تک پہنچ گئی ہے۔ ہائے ہائے، سموم نوحہ یہ پڑھ رہی ہے کہ بستیوں پربتوں پر لگی ہوئی آگ بستیوں تک پہنچ گئی ہے۔ کوئی صدارت گیان پانے کی آس لے کر نہ بن میں نکلے کہ ذل شاہی نے سارے برگد تمام پیپل جلا دیے ہیں۔ اے قلم قبیلے کے پیشواؤ، گر اس نہ مخلوق کو بتاؤ، مہان دھرتی کے پچ کے گالوں پہ زردیاں اور خشک ہونٹوں پہ پلچیاں کس لیے جمی ہیں۔ کہاں گئے ہیں وہ دور برفیلی وادیوں سے قطار اندر قطار اڑ کر، سنہری جھیلوں پہ آنے والے حسین پنچھی کہاں گئے ہیں۔ قلق تو یہ ہے
कलक तो ये है अब उन फजाओं में रक्स करते हैं कहकहे भूखे करगसों के, ਹਾਏ जो जिसमें इंसान के खुर्दा रेजे निगल चुके तो अब आसमां पर उगल रहे हैं। ਵਾਹ फजा ताफुन से भर चुकी है, फजा ताफुन से भर चुकी है और अब ज़मीं भी गुरेज पा है मजीद लाशों को अपने दामन में ढांपने से। ਆਹਾ फजा ताफुन से भर चुकी है और अब ज़मीं भी गुरेज पा है मजीद लाशों को अपने दामन में ढांपने से, मगर ये मर्दाने मरगे नाहक हसीन गफलत की लोरियों से ज़ईफ़ जिस्मों को ख्वाब गाहे बे आगही में सुला रहे हैं। ਆਹਾ ये खुद फरेबी के तोक पहने खुद अपने करिया करम की खातिर शिकस्ता जिस्मों की डालियों को जला रहे हैं। ए हम नवाओ कलम कबीले के पेशवाओ, इन्हें बताओ जो राह गुमराह का शजर है वो बेसमर है, ਵਾਹ जो राह गुमराह का शजर है वो बेसमर है, कि सच के साए में ज़िंदा रहने की आरज़ू भी ख्वाब शब से अजीम तर है। हाँ ख्वाब शब से अजीम तर है, हाँ ख्वाब शब से अजीम तर है। ਹਾਂਜੀ ਗੱਲਾਂ ਤਾਂ ਪਤਾ ਲੱਗਾ ਜੇ ਇਹ ਐਵੇਂ ਹੀ ਨਹੀਂ ਹੁੰਦਾ ਇਹ ਕੰਮ ਲਹੂ ਸਾੜਨਾ ਪੈਂਦਾ ਹੈ, ਤਾਂ ਇਹ ਗੱਲਾਂ ਜਾ ਕੇ ਨਿਕਲਦੀਆਂ ਨੇ। ਆਪਣੇ ਯਾਰ ਆਪਣੇ ਬੇਲੀ ਅਹਿਮਦ ਲਤੀਫ ਨੂੰ ਦਿਓ ਇਜਾਜ਼ਤ। ਅੱਲਾ ਬੇਲੀ।